परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਣਾਂਗੇ ਮਰਕਸ 9 ਉਹਦੀ 17-18 ਨੰਬਰ ਆਇਤ ਨੂੰ। ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ ਹਾਂ, ਅਤੇ ਉਹ ਜਿੱਥੇ ਕਿਤੇ ਉਹਨੂੰ ਫੜਦੀ ਹੈ ਉਹਨੂੰ ਪਟਕਾ ਦਿੰਦੀ ਹੈ, ਅਤੇ ਉਹ ਝੱਗ ਛੱਡਦਾ ਹੈ ਤੇ ਦੰਦ ਪੀਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ। ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਸ ਨੂੰ ਕੱਢ ਦੇਣ ਪਰ ਨਾ ਕੱਢ ਸਕੇ। ਹਾਲੇਲੂਇਆ। ਪ੍ਰਭੂ ਦੇ ਵਚਨ 'ਚ ਆਪਾਂ ਕੀ ਦੇਖਿਆ ਕਿ ਇੱਕ ਪਿਤਾ ਸੀ ਜੋ ਬਹੁਤ ਪਰੇਸ਼ਾਨ ਸੀ ਕਿਉਂਕਿ ਉਹਦੇ ਬੇਟੇ ਨੂੰ ਕੀ ਸੀ, ਦੁਸ਼ਟ ਆਤਮਾ ਚਿੰਬੜੀ ਹੋਈ ਸੀ ਜਿਹੜੀ ਗੂੰਗੀ ਔਰ ਬੋਲੀ ਸੀ। ਔਰ ਜਦੋਂ ਉਹ ਮੁੰਡੇ ਨੂੰ ਪਰੇਸ਼ਾਨ ਕਰਦੀ ਸੀ ਤਾਂ ਉਹਨੂੰ ਬੁਰੇ ਤਰੀਕੇ ਨਾਲ ਪਟਕਦੀ ਸੀ, ਉਹਦੇ ਸਰੀਰ ਨੂੰ ਬੁਰੇ ਤਰੀਕੇ ਨਾਲ ਤੋੜਦੀ ਮਰੋੜਦੀ ਸੀ। ਔਰ ਉਹ ਲੜਕਾ ਬਹੁਤ ਜ਼ਿਆਦਾ ਦੁੱਖ ਭੋਗਦਾ ਸੀ ਉਸ ਸਮੇਂ ਜਦੋਂ ਦੁਸ਼ਟ ਆਤਮਾ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਸੀ। ਪਰ ਉਹ ਕੀ ਕਹਿੰਦੇ ਕਿ ਜਦ ਮੈਂ ਤੇਰੇ ਚੇਲਿਆਂ ਕੋਲੇ ਗਿਆ ਤਾਂ ਉਹ ਕੱਢ ਨਾ ਸਕੇ। ਉਹ ਚੇਲੇ ਕਿਉਂ ਨਾ ਕੱਢ ਸਕੇ? ਆਪਾਂ ਵਚਨ 'ਚ ਜਾਣਾਂਗੇ ਕਿ ਜਦ ਸਾਡੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਹੁੰਦੀ ਆ ਤੇ ਉਹ ਕਿੱਦਾਂ ਜਾਂਦੀ ਆ? ਕਿ ਕੋਈ ਪਾਸਟਰ ਸਾਡੇ ਲਈ ਪ੍ਰੇਅਰ ਕਰਦਾ ਆ ਤਾਂ ਜਾਂਦੀ ਆ, ਜਾਂ ਫਿਰ ਕੋਈ ਪਰਮੇਸ਼ਰ ਦਾ ਬਹੁਤ ਹੀ ਮੰਨਿਆ ਹੋਇਆ ਦਾਸ ਹੋਵੇ ਜਾਂ ਚੇਲਾ ਹੋਵੇ ਜਾਂ ਉਹ ਸਾਡੇ ਲਈ ਪ੍ਰੇਅਰ ਕਰਦੇ ਫਿਰ ਉਹ ਜਾਂਦੀ ਆ। ਪ੍ਰਭੂ ਦੇ ਵਚਨ 'ਚ ਕੀ ਲਿਖਿਆ ਕਿ ਵਿਸ਼ਵਾਸ ਕਰੋ ਤਾਂ ਤੁਹਾਡੇ ਲਈ ਸਭ ਕੁਝ ਹੋ ਸਕਦਾ ਆ। ਜਦ ਸਾਡੀ ਜ਼ਿੰਦਗੀ 'ਚ ਛੁਟਕਾਰਾ ਆਉਂਦਾ ਹੈ ਨਾ ਤੇ ਉਹ ਸਾਡੇ ਵਿਸ਼ਵਾਸ ਨਾਲ ਆਉਂਦਾ ਆ, ਕਿਸੇ ਪਾਸਟਰ ਦੇ ਹੱਥ ਰੱਖਣ ਨਾਲ ਜਾਂ ਕਿਸੇ ਮਹਾਨ ਪਾਸਟਰ ਦੇ ਪ੍ਰਾਰਥਨਾ ਕਰਨ ਦੇ ਨਾਲ ਨਹੀਂ ਆਉਂਦਾ। ਪਰਮੇਸ਼ਰ ਨੇ ਕੀ ਕਿਹਾ? ਪ੍ਰਭੂ ਜੀ ਕਹਿੰਦੇ ਕਿ ਮੈਂ ਕਿਸੇ ਨੂੰ ਵੀ ਕੁਝ ਵੱਖਰਾ ਨਹੀਂ ਦਿੱਤਾ, ਮੈਂ ਸਭ ਨੂੰ ਇੱਕੋ ਜਿਹਾ ਦਿੱਤਾ ਆ। ਪ੍ਰਭੂ ਜੀ ਕਹਿੰਦੇ ਕਿ ਜੇ ਅੱਜ ਕੋਈ ਮੇਰੀ ਸੇਵਾ ਕਰ ਰਿਹਾ, ਪਰਮੇਸ਼ਰ ਦਾ ਦਾਸ ਆ, ਜਿੰਨੀ ਸਾਮਰਥ ਮੈਂ ਉਹਨੂੰ ਦਿੱਤੀ ਉਹ ਤੁਸੀਂ ਵੀ ਹਾਸਿਲ ਕਰ ਸਕਦੇ, ਬਲਕਿ ਉਹਦੇ ਨਾਲੋਂ ਡਬਲ ਕਰ ਸਕਦੇ ਆ। ਪਰ ਕਦੋਂ? ਜਦੋਂ ਤੁਹਾਡੇ ਵਿੱਚ ਵਿਸ਼ਵਾਸ ਆ ਤਾਂ। ਪਰ ਉਹ ਲੜਕੇ ਦਾ ਪਿਤਾ ਕੀ ਕਹਿੰਦਾ ਕਿ ਤੇਰੇ ਚੇਲੇ ਉਸ ਭੂਤ ਨੂੰ ਨਾ ਕੱਢ ਸਕੇ। ਪਰ ਅਸਲ 'ਚ ਸੀ ਕੀ? ਉਹ ਭੂਤ ਕਿਉਂ ਨਹੀਂ ਨਿਕਲੀ? ਕਿਉਂਕਿ ਉਹਦੇ ਪਿਤਾ ਨੂੰ ਵਿਸ਼ਵਾਸ ਨਹੀਂ ਸੀਗਾ ਕਿ ਉਹ ਚੇਲੇ ਕੱਢ ਸਕਦੇ ਆ। ਉਹਨੂੰ ਸੀਗਾ ਕਿ ਇਹ ਸਿਰਫ ਚੇਲੇ ਆ, ਚੰਗਾ ਹੋਵੇ ਕਿ ਮੈਂ ਇਹਦੇ ਗੁਰੂ ਕੋਲ ਜਾਵਾਂ ਔਰ ਇਹਨਾਂ ਦਾ ਗੁਰੂ ਉਸ ਆਤਮਾ ਨੂੰ ਕੱਢੇ। ਪਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਆਪਾਂ ਜਾਣਾਂਗੇ ਕਿ ਪ੍ਰਭੂ ਜੀ ਨੇ ਉਹਨਾਂ ਨੂੰ ਕੀ ਕਿਹਾ। ਆਪਾਂ ਪੜਾਂਗੇ ਮਰਕਸ 9 ਉਹਦੀ 21 ਔਰ 22 ਨੰਬਰ ਆਇਤ ਨੂੰ। ਉਸ ਨੇ ਉਹਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ? ਉਹ ਬੋਲਿਆ, ਛੋਟੇ ਹੁੰਦਿਆਂ ਤੋਂ ਹੀ ਹੈ, ਅਤੇ ਕਈ ਵਾਰ ਉਸਨੇ ਇਸ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹਦਾ ਨਾਸ਼ ਕਰੇ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਹਾਲੇਲੂਇਆ। ਜਦ ਪ੍ਰਭੂ ਜੀ ਨੇ ਉਸਦੇ ਪਿਤਾ ਨੂੰ ਪੁੱਛਿਆ ਕਿ ਇਹ ਕਦੋਂ ਤੋਂ ਹੈ, ਉਹ ਕਹਿੰਦਾ ਕਿ ਇਹ ਬਚਪਨ ਤੋਂ ਯਾਰ। ਕਈ ਵਾਰ ਇਹਨੇ ਇਸ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਹਨੇ ਪ੍ਰੇਅਰ ਕਿੱਦਾਂ ਕੀਤੀ? ਉਹਨੇ ਆਪਣੀ ਪ੍ਰੇਅਰ ਰਿਕੁਐਸਟ ਨੂੰ ਕਿਸ ਤਰ੍ਹਾਂ ਰੱਖਿਆ? ਉਹਨੇ ਕੀ ਕਿਹਾ ਕਿ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਕੀ ਉਹਦਾ ਇਸ ਤਰ੍ਹਾਂ ਬੋਲਣਾ ਸਹੀ ਸੀ? ਕੀ ਉਹਦੀ ਇਹ ਪ੍ਰੇਅਰ ਰਿਕੁਐਸਟ ਜੋ ਉਹਨੇ ਪਰਮੇਸ਼ਰ ਦੇ ਪੁੱਤਰ ਅੱਗੇ ਰੱਖੀ, ਕੀ ਉਹ ਸਹੀ ਸੀ? ਇਹ ਜਾਣਨ ਦੇ ਲਈ ਆਪਾਂ ਪੜਾਂਗੇ ਮਰਕਸ 9 ਉਹਦੀ 23 ਔਰ 24 ਨੰਬਰ ਆਇਤ ਨੂੰ। ਯਿਸੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ? ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ। ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ। ਹਾਲੇਲੂਇਆ। ਦੇਖੋ ਉਹਨੇ ਕੀ ਕਿਹਾ ਕਿ ਜੇ ਤੁਸੀਂ ਕਰ ਸਕਦੇ ਹੋ ਤਾਂ। ਪਰ
पर ਉਹਦੇ ਅੰਦਰ ਕੀ ਵਿਸ਼ਵਾਸ ਨਹੀਂ ਸੀ। ਜਿੱਦਾਂ ਆਪਾਂ ਪਹਿਲਾਂ ਵੀ ਜਾਣਿਆ ਕਿ ਉਹਦੇ ਚੇਲਿਆਂ ਨੇ ਪ੍ਰੇਅਰ ਕੀਤੀ ਪਰ ਉਹਦੇ ਪਿਤਾ ਦੇ ਅੰਦਰ ਵਿਸ਼ਵਾਸ ਨਹੀਂ ਸੀ, ਇਸ ਕਰਕੇ ਉਹਨੂੰ ਛੁਟਕਾਰਾ ਨਹੀਂ ਮਿਲ ਪਾਇਆ। ਪਰ ਉਹਦਾ ਵਿਸ਼ਵਾਸ ਕੀ ਫਿਰ ਵੀ ਕੱਚਾ ਸੀਗਾ। ਉਹਨੇ ਕੀ ਕਿਹਾ ਪ੍ਰਭੂ ਜੀ ਨੇ ਕਿ ਜੇ ਤੁਸੀਂ ਕਰ ਸਕਦੇ ਹੋ, ਤੇ ਪ੍ਰਭੂ ਜੀ ਨੇ ਫਿਰ ਉਹਨੂੰ ਪੁੱਛਿਆ ਕਿ ਜੇ ਤੁਸੀਂ ਕਰ ਸਕਦੇ ਹੋ ਦਾ ਕੀ ਮਤਲਬ, ਕਿ ਤੈਨੂੰ ਵਿਸ਼ਵਾਸ ਨਹੀਂ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਆ। ਤੇ ਫਿਰ ਉਹਨੂੰ ਉਸਦੀ ਗਲਤੀ ਦਾ ਅਹਿਸਾਸ ਹੋਇਆ ਕਿ ਸੱਚਮੁੱਚ ਉਹ ਅਵਿਸ਼ਵਾਸੀ ਸੀ, ਜਿਹਦੇ ਕਰਕੇ ਉਹਦੇ ਪੁੱਤਰ ਨੂੰ ਅੱਜ ਤੱਕ ਆਜ਼ਾਦੀ ਨਹੀਂ ਸੀ ਮਿਲੀ, ਉਹਦਾ ਬਾਲਕ ਅੱਜ ਤੱਕ ਦੁੱਖ ਭੋਗ ਰਿਹਾ ਸੀ। ਉਹਦੀ ਵਜ੍ਹਾ ਕੀ ਸੀ? ਅਵਿਸ਼ਵਾਸ ਸੀਗਾ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਅਸੀਂ ਪ੍ਰੇਅਰ ਵੀ ਕਰਵਾਈ, ਅਸੀਂ ਬਹੁਤ ਕੁਛ ਕੀਤਾ, ਅਸੀਂ ਬੜੀ ਜਗ੍ਹਾ ਤੇ ਗਏ, ਪਰ ਸਾਡੀ ਜ਼ਿੰਦਗੀ 'ਚ ਛੁਟਕਾਰਾ ਨਹੀਂ ਆਇਆ। ਪਰ ਅੱਜ ਇਸ ਗੱਲ ਨੂੰ ਜਾਣਨ ਦੀ ਜ਼ਰੂਰਤ ਆ ਕਿ ਜੇ ਸਾਡੀ ਜ਼ਿੰਦਗੀ 'ਚ ਛੁਟਕਾਰਾ ਨਹੀਂ ਆ ਰਿਹਾ ਤਾਂ ਉਹਦੇ ਵਿੱਚ ਕਿਸੇ ਪਾਸਟਰ ਦੀ ਗਲਤੀ ਨਹੀਂ, ਸਾਡੀ ਆਪਣੀ ਗਲਤੀ ਆ, ਕਿਉਂਕਿ ਸਾਡਾ ਵਿਸ਼ਵਾਸ ਹੀ ਪੱਕਾ ਨਹੀਂ ਹੈਗਾ। ਕਿਉਂਕਿ ਸਾਨੂੰ ਅੱਜ ਵੀ ਜਦ ਅਸੀਂ ਪ੍ਰੇਅਰ ਕਰਦੇ ਹਾਂ ਤੇ ਸਾਨੂੰ ਇਹ ਹੁੰਦਾ ਕਿ ਪਤਾ ਨਹੀਂ ਸਾਡੇ ਲਈ ਹੋਣਾ ਕਿ ਨਹੀਂ ਹੋਣਾ, ਕਿਉਂਕਿ ਅਸੀਂ ਵੀ ਇੱਦਾਂ ਹੀ ਕਹਿੰਦੇ ਹਾਂ ਦੇਖਾਂਗੇ ਜੇ ਹੋ ਗਿਆ ਤਾਂ। ਪ੍ਰੇਅਰ ਤਾਂ ਕੀਤੀ ਆ ਪਰ ਦੇਖਾਂਗੇ ਜਦੋਂ ਹੋਊਗਾ। ਪ੍ਰੇਅਰ ਕਰਨ ਤੋਂ ਬਾਅਦ ਵੀ ਸਾਡੇ ਇਹ ਵਰਡਸ ਹੁੰਦੇ ਆ, ਪਰ ਇਹ ਸਾਡੇ ਅਵਿਸ਼ਵਾਸ ਦੀ ਨਿਸ਼ਾਨੀ ਆ। ਵਚਨ ਸਾਨੂੰ ਕੀ ਕਹਿੰਦਾ ਕਿ ਤੁਹਾਡੇ 'ਚ ਇੱਦਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਕਿ ਜੇ ਤੁਸੀਂ 2 ਮਿੰਟ ਕਿਸੇ ਚੀਜ਼ ਦੇ ਲਈ ਪ੍ਰੇਅਰ ਕੀਤੀ ਹੈ ਨਾ ਤੇ ਤੀਜੇ ਮਿੰਟ ਤੁਸੀਂ ਧੰਨਵਾਦ ਕਰਨਾ ਕਿ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਕਿ ਮੈਂ ਜੋ ਮੰਗਿਆ ਮੇਰੇ ਲਈ ਹੋ ਚੁੱਕਾ ਆ। ਹਾਲੇਲੂਇਆ। ਪਰ ਅਸੀਂ ਇਹ ਨਹੀਂ ਕਹਿਣਾ ਕਿ ਮੈਂ ਪ੍ਰਾਰਥਨਾ ਕੀਤੀ ਆ ਪਰ ਦੇਖਦੇ ਆ ਕੀ ਬਣਦਾ ਆ, ਦੇਖਦੇ ਆ ਹੁੰਦਾ ਕਿ ਨਹੀਂ ਹੁੰਦਾ। ਹੋ ਸਕਦਾ ਇਹ ਸਭ ਕੁਝ ਹੋ ਜਾਵੇ। ਹੋ ਸਕਦਾ ਦਾ ਮਤਲਬ ਅਵਿਸ਼ਵਾਸ ਆ, ਦੇਖਦੇ ਆ ਦਾ ਮਤਲਬ ਅਵਿਸ਼ਵਾਸ ਆ। ਪਰ ਸਾਨੂੰ ਕੀ ਕਹਿਣਾ ਚਾਹੀਦਾ ਕਿ ਮੈਨੂੰ ਵਿਸ਼ਵਾਸ ਆ ਮੇਰੇ ਲਈ ਹੋਊਗਾ। ਮੈਂ ਪ੍ਰੇਅਰ ਕੀਤੀ, ਮੈਨੂੰ ਵਿਸ਼ਵਾਸ ਆ ਮੇਰੇ ਪਿਤਾ ਨੇ ਮੇਰੀ ਆਵਾਜ਼ ਨੂੰ ਸੁਣਿਆ ਆ। ਪਰ ਜੇ ਅੱਜ ਵੀ ਅਸੀਂ ਅਵਿਸ਼ਵਾਸ 'ਚ, ਸਾਨੂੰ ਵੀ ਉਸ ਪਿਤਾ ਵਾਂਗੂ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਸੌਂਪਣ ਦੀ ਜ਼ਰੂਰਤ ਹੈ। ਆਪਾਂ ਕਹਾਂਗੇ ਕਿ ਪ੍ਰਭੂ ਜੀ ਕਿ ਮੇਰੀ ਜ਼ਿੰਦਗੀ 'ਚ ਵਿਸ਼ਵਾਸ ਨੂੰ ਲੈ ਕੇ ਆਓ, ਤੁਸੀਂ ਹੀ ਸਾਡੇ ਅਵਿਸ਼ਵਾਸ ਦਾ ਹੱਲ ਕਰੋ, ਕਿਉਂਕਿ ਸਾਡੀਆਂ ਜ਼ਿੰਦਗੀਆਂ ਦਾ ਛੁਟਕਾਰਾ ਸਾਡੇ ਅਵਿਸ਼ਵਾਸ ਦੇ ਕਾਰਨ ਰੁਕਿਆ ਪਿਆ ਆ। ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਹਾਸਿਲ ਕਰ ਸਕਦੇ ਹਾਂ ਕਿਉਂਕਿ ਪਰਮੇਸ਼ਰ ਨੇ ਕੀ ਕੀਤਾ, ਸਾਡੇ ਲਈ ਬਹੁਤ ਨਵੀਆਂ ਗੱਲਾਂ ਸੋਚ ਕੇ ਰੱਖੀਆਂ, ਬਹੁਤ ਵੱਡੀ ਤੋਂ ਵੱਡੀ ਆਸ਼ੀਸ਼ ਸੋਚ ਕੇ ਰੱਖੀ ਆ। ਉਹ ਕਹਿੰਦੇ ਕਿ ਤੇਰੀ ਸੋਚ ਤੋਂ ਵੀ ਉੱਪਰ ਦੀ ਸਾਮਰਥ ਸਾਡੇ ਪਰਮੇਸ਼ਰ ਦੀ ਆ। ਹਾਲੇਲੂਇਆ। ਸਾਡੀ ਉਨੀ ਸੋਚ ਨਹੀਂ ਹੈਗੀ ਜਿੰਨੀ ਸਾਡੇ ਪਰਮੇਸ਼ਰ ਦੀ ਸਾਮਰਥ ਆ। ਪਰ ਸਾਨੂੰ ਕੀ ਆਪਣੇ ਆਪ 'ਚ ਵਿਸ਼ਵਾਸ ਨੂੰ ਪੱਕਾ ਕਰਨਾ ਪਊਗਾ, ਜਿਵੇਂ ਉਸ ਲੜਕੇ ਦੇ ਪਿਤਾ ਨੇ ਕੀਤਾ। ਉਹ ਕਹਿੰਦਾ ਕਿ ਪਿਤਾ ਮੈਂ ਅਵਿਸ਼ਵਾਸੀ ਸੀ ਤੇ ਤੁਸੀਂ ਮੇਰੇ ਇਸ ਅਵਿਸ਼ਵਾਸ ਦਾ ਹੱਲ ਕਰੋ। ਫਿਰ ਆਪਾਂ ਜਾਣਾਂਗੇ ਪ੍ਰਭੂ ਜੀ ਨੇ ਕੀ ਕੀਤਾ। ਆਪਾਂ ਪੜਾਂਗੇ ਮਰਕਸ 9 ਉਹਦੀ 25 ਔਰ 26 ਨੰਬਰ ਆਇਤ ਨੂੰ। ਜਦੋਂ ਯਿਸੂ ਨੇ ਵੇਖਿਆ ਕਿ ਦੌੜ ਕੇ ਲੋਕ ਇਕੱਠੇ ਹੁੰਦੇ ਜਾਂਦੇ ਹਨ ਤਦ ਉਹਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ ਅਤੇ ਫਿਰ ਇਸ ਵਿੱਚ ਨਾ ਵੜੀ। ਤਾਂ ਉਹ ਚੀਕ ਮਾਰ ਕੇ ਉਹਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਇੱਥੋਂ ਤੱਕ ਜੋ ਬਹੁਤਿਆਂ ਨੇ ਕਿਹਾ ਕਿ ਉਹ ਮਰ ਗਿਆ ਹੈ। ਹਾਲੇਲੂਇਆ। ਪ੍ਰਭੂ ਜੀ ਨੇ ਕੀ ਦੇਖਿਆ ਕਿ ਜਦੋਂ ਆਦਮੀ ਸੀ ਜਿਹੜਾ ਉਹਦੇ ਪ੍ਰਭੂ ਜੀ ਅੱਗੇ ਪ੍ਰੇਅਰ ਰਿਕੁਐਸਟ ਨੂੰ ਲੈ ਕੇ ਆਇਆ ਤੇ ਬਹੁਤ ਸਾਰੇ ਲੋਕ ਇਹ ਸਭ ਦੇਖਣ ਦੇ ਲਈ ਇਕੱਠੇ ਹੋ ਰਹੇ ਸੀਗੇ। ਪਰ ਪ੍ਰਭੂ ਜੀ ਜਦ ਵੀ ਕਿਸੇ ਚੀਜ਼ ਨੂੰ ਛੁਟਕਾਰਾ ਦਿੰਦੇ ਸੀ ਤਾਂ ਉਹ ਕੀ ਕਹਿੰਦੇ ਸੀ ਕਿ ਇਸ ਚੀਜ਼ ਨੂੰ ਉਜਾਗਰ ਨਾ ਕਰਿਓ, ਇਹ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਨਾ ਦੱਸਿਓ। ਇਸ ਲਈ ਨਹੀਂ ਸੀ ਚਾਹੁੰਦੇ ਕਿ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਣ। ਪਰ ਉਹਨਾਂ ਨੇ ਕੀ ਕੀਤਾ, ਜਲਦੀ ਦੇ ਨਾਲ ਉਸ ਅਸ਼ੁੱਧ ਆਤਮਾ ਨੂੰ ਝਿੜਕਿਆ ਔਰ ਉਹਨਾਂ ਨੇ ਕੀ ਕਿਹਾ ਕਿ ਮੈਂ ਤੈਨੂੰ ਹੁਕਮ ਦਿੰਦਾ ਜੋ ਇਸ ਵਿੱਚੋਂ ਨਿਕਲ ਜਾ। ਵਚਨ ਸਾਨੂੰ ਕੀ ਦੱਸਦਾ ਆ ਕਿ ਵਚਨ 'ਚ ਲਿਖਿਆ ਕਿ ਜੋ ਕੰਮ ਮੈਂ ਕੀਤੇ ਤੁਸੀਂ ਉਹ ਵੀ ਕਰੋਗੇ, ਬਲੋ ਉਸ ਨਾਲੋਂ ਵੀ ਵੱਡੇ ਕੰਮ ਕਰੋਗੇ। ਹਾਲੇਲੂਇਆ। ਤੇ ਜੇ ਪ੍ਰਭੂ ਜੀ ਨੇ ਉਸ ਗੰਦੀ ਆਤਮਾ ਨੂੰ ਹੁਕਮ ਦਿੱਤਾ ਤੇ ਸੱਚਮੁੱਚ ਅਸੀਂ ਪਰਮੇਸ਼ਰ ਦੇ ਪੁੱਤਰ ਹੋਣ ਦੇ ਨਾਤੇ ਅਸੀਂ ਵੀ ਹਰ ਤਰ੍ਹਾਂ ਦੀ ਦੁਸ਼ਟ ਆਤਮਾ ਨੂੰ ਹੁਕਮ ਦੇਵਾਂਗੇ, ਉਹ ਸਾਡੀਆਂ ਜ਼ਿੰਦਗੀਆਂ ਨੂੰ ਛੱਡ ਕੇ ਚਲੀ ਜਾਵੇਗੀ। ਹਾਲੇਲੂਇਆ। ਬਸ ਕੀ ਆ, ਸਾਨੂੰ ਆਪਣੇ ਆਪ ਉਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਆ। ਜਦੋਂ ਕਿ ਅਸੀਂ ਧਰਮ ਦੇ ਵਿੱਚ ਅੱਗੇ ਵਧਦੇ ਆ, ਜਦੋਂ ਸਾਡਾ ਵਿਸ਼ਵਾਸ ਪੱਕਾ ਹੋਣ ਲੱਗਦਾ ਆ ਨਾ ਤੇ ਆਤਮਾਵਾਂ ਸਾਨੂੰ ਬਹੁਤ ਪਰੇਸ਼ਾਨ ਕਰਦੀਆਂ ਆ। ਉਹ ਸਾਡੀ ਜ਼ਿੰਦਗੀ ਵਿੱਚ ਰੁਕਾਵਟਾਂ ਨੂੰ, ਪਰੇਸ਼ਾਨੀਆਂ ਨੂੰ ਲੈ ਕੇ ਆਉਂਦੀਆਂ ਆ ਕਿ ਸਾਡਾ ਵਿਸ਼ਵਾਸ ਜਿਹੜਾ ਕੀ ਆ ਉਹ ਘੱਟ ਹੋ ਜਾਵੇ, ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਈਏ, ਕਿਤੇ ਨਾ ਕਿਤੇ ਅਸੀਂ ਪਰਮੇਸ਼ਰ ਨੂੰ ਦੋਸ਼ ਦਈਏ। ਪਰ ਕਿ ਸਾਨੂੰ ਪੱਕਾ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਆਪਣੇ ਆਪ ਨੂੰ ਵਿਸ਼ਵਾਸ ਵਿੱਚ ਪੂਰਾ ਕਰ ਲਵਾਂਗੇ ਤੇ ਅਸੀਂ ਜਦੋਂ ਕਿਸੇ ਆਤਮਾ ਨੂੰ ਹੁਕਮ ਦੇਵਾਂਗੇ ਤੇ ਉਹਦੀ ਹਿੰਮਤ ਨਹੀਂ ਹੋ ਪਾਊਗੀ ਕਿ ਉਹ ਯਿਸੂ ਮਸੀਹ ਜੀ ਦੇ ਨਾਮ ਦੇ ਸਾਹਮਣੇ ਉਸ ਜਗ੍ਹਾ ਦੇ ਉੱਤੇ ਟਿਕ ਸਕੇ। ਹਾਲੇਲੂਇਆ। ਕਿਉਂਕਿ ਸਾਡੇ ਪਰਮੇਸ਼ਰ ਦਾ ਨਾਮ ਇੰਨਾ ਸਾਮਰਥੀ ਆ ਕਿ ਉਸ ਵਿੱਚ ਕੋਈ ਵੀ ਗੰਦੀ ਆਤਮਾ ਆਪਣਾ ਰਾਜ ਨਹੀਂ ਕਰ ਸਕਦੀ, ਕਿਉਂਕਿ ਸਾਡੇ ਪਰਮੇਸ਼ਰ ਦਾ ਰਾਜ ਯੁਗਾਂ-ਯੁਗ ਹੋਣ ਵਾਲਾ ਆ। ਹਾਲੇਲੂਇਆ। ਸਾਨੂੰ ਵਿਸ਼ਵਾਸ ਹੈ ਕਿ ਸਾਡਾ ਪਰਮੇਸ਼ਰ ਮਹਾਨ ਆ, ਸਾਮਰਥੀ ਆ, ਉਹ ਸਾਡੇ
ਲਈ ਸਭ ਕੁਝ ਕਰ ਸਕਦਾ ਆ। ਬਸ ਸਾਨੂੰ ਸਾਡੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਛੁਪੇ ਉਸ ਅਵਿਸ਼ਵਾਸ ਨੂੰ ਬਾਹਰ ਕੱਢਣ ਦੀ ਜ਼ਰੂਰਤ ਆ। ਪ੍ਰਭੂ ਜੀ ਨੇ ਕੀ ਕੀਤਾ, ਉਸ ਆਤਮਾ ਨੂੰ ਹੁਕਮ ਦਿੱਤਾ ਔਰ ਉਹ ਉਸੇ ਘੜੀ ਉਸ ਬੱਚੇ ਨੂੰ ਛੱਡ ਕੇ ਚਲੀ ਗਈ। ਪਰ ਕੀ ਉਸ ਆਤਮਾ ਨੇ ਉਹਨੂੰ ਬਹੁਤ ਜ਼ਿਆਦਾ ਤੋੜਿਆ ਮਰੋੜਿਆ ਸੀ, ਜਿਹਦੇ ਕਰਕੇ ਉਹ ਇੱਕਦਮ ਬੇਜਾਨ ਹੋ ਗਿਆ, ਜਿਹਨੂੰ ਦੇਖ ਕੇ ਲੋਕਾਂ ਨੂੰ ਲੱਗਿਆ ਕਿ ਉਹ ਮਰ ਗਿਆ ਆ। ਪਰ ਆਪਾਂ ਜਾਣਾਂਗੇ ਕਿ ਉਹ ਸੱਚਮੁੱਚ ਮਰਿਆ ਸੀ। ਉਹ ਜਾਣਨ ਦੇ ਲਈ ਆਪਾਂ ਪੜਾਂਗੇ ਮਰਕੁਸ 9 ਉਹਦੀ 27 ਨੰਬਰ ਆਇਤ ਨੂੰ। ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਪਰਮੇਸ਼ਰ ਦੇ ਭਵਨ ਦੇ ਵਿੱਚ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਛੁਟਕਾਰਾ ਆ, ਮੌਤ ਨਹੀਂ ਹੈਗੀ। ਕਿਉਂਕਿ ਪਰਮੇਸ਼ਰ ਸਾਨੂੰ ਜ਼ਿੰਦਗੀ ਦੇਣ ਆਏ ਸੀ, ਪਰ ਮੌਤ ਉਹਨਾਂ ਨੇ ਆਪਣੇ ਸਿਰ ਲੈ ਲਈ ਸੀ। ਹਾਲੇਲੂਇਆ। ਪ੍ਰਭੂ ਜੀ ਨੇ ਸਾਡੇ ਸਾਰੇ ਦੁੱਖਾਂ ਦਾ, ਪਰੇਸ਼ਾਨੀਆਂ ਦਾ, ਉਹਨਾਂ ਸਾਰਿਆਂ ਪਾਪਾਂ ਦਾ ਬੋਝ ਆਪਣੇ ਉੱਤੇ ਉਠਾ ਲਿਆ, ਸਾਨੂੰ ਅਨੰਤ ਕਾਲ ਦਾ ਜੀਵਨ ਦਿੱਤਾ। ਔਰ ਅਸੀਂ ਉਸ ਜ਼ਿੰਦਗੀ ਨੂੰ ਲੈ ਕੇ ਅੱਜ ਪਰਮੇਸ਼ਰ ਦੇ ਨਾਮ ਵਿੱਚ ਬੈਠੇ। ਅੱਜ ਅਸੀਂ ਜਿੰਦਾ ਹਾਂ, ਸਾਨੂੰ ਧੰਨਵਾਦ ਕਰਨਾ ਚਾਹੀਦਾ ਪਰਮੇਸ਼ਰ ਦਾ। ਅੱਜ ਜੋ ਕੁਛ ਵੀ ਅਸੀਂ ਚੱਲ ਫਿਰ ਰਹੇ ਹਾਂ, ਅਸੀਂ ਇੰਨੇ ਜ਼ਿਆਦਾ ਐਕਟਿਵ ਹਾਂ, ਅਸੀਂ ਕੀ ਕਰਦੇ ਹਾਂ, ਆਪਣੀ ਜ਼ਿੰਦਗੀ 'ਚ ਬਹੁਤ ਸਕਸੈਸਫੁਲ ਹਾਂ, ਅਸੀਂ ਅੱਜ ਖੁਸ਼ ਹਾਂ, ਆਪਣੀ ਫੈਮਿਲੀ ਵਿੱਚ ਹੱਸ ਖੇਡ ਰਹੇ ਹਾਂ। ਸਾਨੂੰ ਧੰਨਵਾਦ ਕਰਨਾ ਚਾਹੀਦਾ ਉਸ ਸੱਚੇ ਪਰਮੇਸ਼ਰ ਦਾ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੇ ਸਾਨੂੰ ਇਹ ਖੁਸ਼ਹਾਲ ਜ਼ਿੰਦਗੀ ਦਿੱਤੀ ਆ। ਉਹਨਾਂ ਨੇ ਕੀ ਕੀਤਾ, ਸਾਨੂੰ ਅਧਿਕਾਰ ਦਿੱਤਾ ਆ। ਕਹਿੰਦੇ ਕਿ ਵਿਸ਼ਵਾਸ ਦੇ ਨਾਲ ਤੁਸੀਂ ਹੁਕਮ ਦਿਓ ਤੇ ਤੁਹਾਡੇ ਲਈ ਸਭ ਕੁਝ ਹੋ ਜਾਵੇਗਾ। ਜਿੱਦਾਂ ਪ੍ਰਭੂ ਜੀ ਨੇ ਉਸ ਦੁਸ਼ਟ ਆਤਮਾ ਨੂੰ ਹੁਕਮ ਦਿੱਤਾ, ਸੱਚਮੁੱਚ ਅਸੀਂ ਵੀ ਜਦੋਂ ਪ੍ਰਭੂ ਦੇ ਨਾਮ ਵਿੱਚ ਉਸ ਗੰਦੀ ਆਤਮਾ ਨੂੰ ਹੁਕਮ ਦੇਵਾਂਗੇ ਤਾਂ ਸਾਡੀਆਂ ਹੱਦਾਂ ਨੂੰ ਛੱਡ ਕੇ ਹਮੇਸ਼ਾ ਲਈ ਚਲੀ ਜਾਵੇਗੀ। ਹਾਲੇਲੂਇਆ। ਪਰ ਸਾਨੂੰ ਕੀ ਆ, ਆਪਣੇ ਵਿਸ਼ਵਾਸ ਨੂੰ ਪੱਕਾ ਕਰਨ ਦੀ ਜ਼ਰੂਰਤ ਆ। ਸੱਚਮੁੱਚ ਜਿਸ ਦਿਨ ਅਸੀਂ ਆਪਣੇ ਆਪ ਨੂੰ ਪੱਕਾ ਕਰ ਲਾਂਗੇ, ਸਾਡੀ ਨੀਚਾ ਇੰਨੀ ਪੱਕੀ ਹੋਵੇਗੀ ਤੇ ਪਰਮੇਸ਼ਰ ਦੇ ਨਾਮ ਵਿੱਚ ਅਸੀਂ ਛੁਟਕਾਰਾ ਪਾਵਾਂਗੇ ਨਹੀਂ, ਬਲਕਿ ਅਸੀਂ ਲੋਕਾਂ ਨੂੰ ਵੀ ਛੁਟਕਾਰਾ ਦੇਣ ਵਾਲੇ ਹੋ ਜਾਵਾਂਗੇ। ਹਾਲੇਲੂਇਆ। ਤੇ ਆਓ ਅੱਜ ਦੇ ਇਸ ਖਾਸ ਵਚਨ ਦੇ ਦੁਆਰਾ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਮਹਾਨ ਪਿਤਾ ਜੀ, ਤੁਹਾਡਾ ਧੰਨਵਾਦ, 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 ਧੰਨਵਾਦ। ਮੇਰੇ ਯਿਸੂ ਨਾਸਰੀ, ਤੁਹਾਡਾ ਧੰਨਵਾਦ, ਧੰਨਵਾਦ, ਧੰਨਵਾਦ। ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦਾ ਪ੍ਰਭੂ ਅੱਜ ਦੀ ਸੁਬਾਹ ਵਾਸਤੇ। ਪ੍ਰਭੂ ਜੋ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਪਿਤਾ ਪਰਮੇਸ਼ਰ, ਅਸੀਂ ਪਾਪੀ ਨਿਕੰਮੇ ਲਾਇਕ ਪਿਤਾ ਪਰਮੇਸ਼ਰ ਅੱਜ ਦੀ ਸੁਬਾਹ ਨੂੰ ਦੇਖਣ ਦੇ ਲਾਇਕ ਨਹੀਂ ਸਾ ਪ੍ਰਭੂ, ਪਰ ਤੁਹਾਡਾ ਸ਼ੁਕਰ ਕਰਦੇ ਪਿਤਾ, ਤੁਸੀਂ ਮਹਾਨ ਹੋ ਪ੍ਰਭੂ ਯਿਸੂ ਰਾਜਾ, ਜੋ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਪਿਤਾ ਹਰ ਇੱਕ ਨਵਾਂ ਦਿਨ ਲੈ ਕੇ ਆਉਂਦੇ ਹੋ ਮੇਰੇ ਯਹੋਵਾ ਪਰਮੇਸ਼ਰ। ਤੁਹਾਡੀ ਇਸ ਦਇਆ ਲਈ ਪਿਤਾ ਪਰਮੇਸ਼ਰ ਮੈਂ ਤੁਹਾਡਾ ਲੱਖ ਲੱਖ ਵਾਰ ਸ਼ੁਕਰ ਕਰਦਾ ਪਿਤਾ ਪਰਮੇਸ਼ਰ। ਤੁਹਾਡੇ ਨਾਮ ਦੀ ਮਹਿਮਾ ਕਰਦਾ, ਜ਼ਿਕਰ ਕਰਦਾ ਪਿਤਾ ਪਰਮੇਸ਼ਰ। ਅੱਜ ਦਾ ਵਚਨ ਪਿਤਾ ਪਰਮੇਸ਼ਰ ਜਦ ਤੁਹਾਡੇ ਬੱਚੇ ਸੁਣ ਪਿਤਾ ਪਰਮੇਸ਼ਰ, ਥੋੜੀ ਸਾਮਰਥ ਦੇ ਨਾਲ ਭਰ ਜਾਣ ਪਿਤਾ ਪਰਮੇਸ਼ਰ। ਅੱਜ ਦੇ ਵਚਨ ਪਿਤਾ ਪਰਮੇਸ਼ਰ ਇਹਨਾਂ ਜ਼ਿੰਦਗੀਆਂ ਦੇ ਵਿੱਚ 1000 ਗੁਣਾ ਪ੍ਰਤੀਫਲ ਲੈ ਕੇ ਆਉਣ ਪਿਤਾ, ਔਰ ਅੰਧ ਵਿਸ਼ਵਾਸ ਵਾਲੇ ਨਹੀਂ ਬਲਕਿ ਇਹ ਪ੍ਰੋਪਰ ਵਿਸ਼ਵਾਸ ਵਾਲੇ ਬਣ ਪਿਤਾ ਪਰਮੇਸ਼ਰ। ਔਰ ਜੋ ਤੁਹਾਡੇ ਤੋਂ ਮੰਗਣ ਪਿਤਾ ਉਸੇ ਘੜੀ ਪਿਤਾ ਇਹਨਾਂ ਨੂੰ ਦਿਓ ਮੇਰੇ ਯਹੋਵਾ ਪਰਮੇਸ਼ਰ। ਇਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਪਿਤਾ ਪਰਮੇਸ਼ਰ। ਜੋ ਵੀ ਇਹਨਾਂ ਦੇ ਵਿਸ਼ਵਾਸ ਨੂੰ ਡਾਵਾਡੋਲ ਕਰਨ ਵਾਲੀਆਂ ਗੰਦੀਆਂ ਸ਼ਕਤੀਆਂ, ਗੰਦੀਆਂ ਆਤਮਾਵਾਂ ਪਿਤਾ ਇਹਨਾਂ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਾਰਿਆ ਕਰਦੀਆਂ, ਅੱਜ ਇਹਨਾਂ ਤੁਹਾਡੇ ਵਚਨਾਂ ਦੇ ਦੁਆਰਾ ਪਿਤਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਹਮੇਸ਼ਾ ਲਈ ਨਸ਼ਟ ਹੋ ਜਾਣ ਪਿਤਾ। ਥੈਂਕ ਯੂ ਜੀਸਸ, ਹਾਲੇਲੂਇਆ ਲਾਰਡ ਮਾਈ ਜੀਸਸ, ਹਾਲੇਲੂਇਆ। ਹਰ ਡੈਵਲ ਦੀਆਂ ਗੰਦੀਆਂ ਪਾਵਰਾਂ ਪਿਤਾ, ਹਰ ਉਲਝਣਾ ਪਰੇਸ਼ਾਨੀਆਂ ਸਮੱਸਿਆਵਾਂ ਇਹਨਾਂ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਨਾਸ਼ ਹੋ ਜਾਣ ਪਿਤਾ ਪਰਮੇਸ਼ਰ। ਅੱਜ ਤੁਹਾਡਾ ਦਾਸ ਹੋਣ ਦੇ ਨਾਂ ਤੇ ਪਿਤਾ ਮੈਂ ਨਾ ਪੂਰੀਆਂ ਬੋਡੀਆਂ ਨੂੰ ਪਿਤਾ ਜਿੰਨੇ ਤੁਹਾਡੇ ਵਚਨ ਸੁਣ ਰਹੇ ਪ੍ਰਭੂ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦਾ ਪਿਤਾ ਪਰਮੇਸ਼ਰ। ਹਰ ਡੈਵਲ ਦੀਆਂ ਸ਼ਕਤੀਆਂ ਤੋਂ, ਹਰ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਤੁਹਾਡੇ ਦਿੱਤੇ ਅਧਿਕਾਰ ਦੇ ਨਾਲ ਸਾਥ ਕਰਦਾ ਪਿਤਾ ਪਰਮੇਸ਼ਰ। ਇਹ ਤੁਹਾਡੇ ਬੱਚੇ ਚੰਗੇ ਹੋ ਜਾਣ ਪਿਤਾ ਜੀ। ਇੱਕ ਇੱਕ ਤੇ ਰਹਿਮ ਕਰੋ, ਦਇਆ ਕਰੋ ਪਿਤਾ। ਹਰ ਘੜੀ, ਹਰ ਪਲ ਤੇ ਹਰ ਸਮੇਂ ਇਹਨਾਂ ਆਪਣੇ ਬੱਚਿਆਂ ਦੀ ਰੱਖਿਆ ਕਰੋ, ਇਹਨਾਂ ਦੀ ਮਦਦ ਕਰੋ। ਤੁਹਾਡੇ ਦਾਸ ਦਾ ਇਹਨਾਂ ਲਈ ਪ੍ਰਾਰਥਨਾ ਕਰਨਾ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅੱਜ ਦਾ ਵਚਨ, ਅੱਜ ਦਾ ਸੰਦੇਸ਼ ਇਹਨਾਂ ਜ਼ਿੰਦਗੀਆਂ ਦੇ ਵਿੱਚ 1000 ਗੁਣਾ ਪ੍ਰਤੀਫਲ ਲੈ ਕੇ ਆਏ ਪਿਤਾ। ਇਹ ਤੁਹਾਡੇ ਬੱਚੇ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ ਤੁਹਾਡੇ ਸਾਹਮਣੇ ਖਲੋਣ ਦੇ ਲਾਇਕ ਹੋ ਜਾਣ ਪਿਤਾ ਜੀ। ਤੁਹਾਡਾ ਸਾਮਰਥੀ ਨਾਲ ਲੈ ਕੇ ਮੰਗਦਾ, ਆਮੀਨ, ਆਮੀਨ।